ਪਿਆਰੇ ਬੱਚਿਓ, 6th ਕਲਾਸ ਦੀ ਪੋਇਮ ਮਾਈ ਫਿਊਰੀ ਫਰੈਂਡ ਜਿਸ ਨੂੰ ਲਿਖਿਆ ਹੈ ਵੰਦਨਾ ਲੂਨੀਵਾਲ ਨੇ, ਉਸ ਨੂੰ ਅੱਜ ਆਪਾਂ ਦੇਖਾਂਗੇ। ਸੈਕਿੰਡ ਲੈਸਨ ਆ ਪ੍ਰੀ ਰੀਡਿੰਗ ਵਿੱਚ ਡਿਕਸ਼ਨਰੀ ਰੈਫਰੈਂਸ ਲਰਨਿੰਗ ਨਿਊ ਵਰਡਸ ਨੇ ਕੁਛ। ਐਕਟੀਵਿਟੀ 1, ਲੁੱਕ ਅਪ ਦਾ ਫੋਲੋਇੰਗ ਵਰਡਸ ਇਨ ਏ ਡਿਕਸ਼ਨਰੀ। You should seek the following information about the word and put them in your own notebook। ਇਹਨਾਂ ਬੱਚਿਆਂ ਨੂੰ ਕੁਝ ਵਰਡਸ ਹੈਗੇ ਤੁਹਾਨੂੰ ਦਿੱਤੇ ਗਏ, ਅੱਗੇ ਦੇ ਦਿੱਤੇ ਆ, ਉਹਨਾਂ ਵਰਡਸ ਨੂੰ ਤੁਸੀਂ ਦੇਖਣਾ ਆ ਅਤੇ ਆਪਣੀ ਨੋਟਬੁੱਕ ਦੇ ਵਿੱਚ ਨੋਟ ਕਰਨੇ ਆ। ਕੀ ਚੀਜ਼ਾਂ ਨੋਟ ਕਰਨੀਆਂ ਤੁਸੀਂ ਦੇਖੋ। ਮੀਨਿੰਗ ਆਫ ਦਾ ਵਰਡ ਐਜ਼ ਯੂਜ਼ਡ ਇਨ ਦਾ ਲੈਸਨ ਦੇ ਵਿੱਚ ਉਸ ਵਰਡ ਨੂੰ ਕਿਸ ਮੀਨਿੰਗ ਦੇ ਤੌਰ 'ਤੇ, ਕਿਸ ਅਰਥ ਦੇ ਤੌਰ 'ਤੇ ਵਰਤਿਆ ਗਿਆ ਆ। ਉਹ ਐਡਜੈਕਟਿਵ ਆ, ਉਹ ਨਾਊਨ ਆ, ਉਹ ਵਰਬ ਆ ਜਾਂ ਕੁਛ ਹੋਰ ਆ। ਫਿਰ ਉਹਦੀ ਪ੍ਰੋਨੰਸੀਏਸ਼ਨ ਕੀ ਆ, ਕਿਸ ਤਰ੍ਹਾਂ ਉਹਨੂੰ ਆਪਾਂ ਬੋਲਣਾ। ਡਿਕਸ਼ਨਰੀ ਤੋਂ, ਮੋਬਾਈਲ ਤੋਂ ਜਾਂ ਟੀਚਰ ਤੋਂ ਤੁਸੀਂ ਇਸ ਬਾਰੇ ਕੰਸਲਟ ਕਰ ਸਕਦੇ ਆ ਜੇ ਤੁਹਾਨੂੰ ਨਹੀਂ ਉਹ ਵਰਡ ਕਲੀਅਰ ਹੈਗਾ। ਇਹਦੇ ਵਿੱਚ ਮੈਂ ਤੁਹਾਨੂੰ ਬੋਲ ਕੇ ਵੀ ਦੱਸਣਾ ਆ, ਤੁਸੀਂ ਉਹਨੂੰ ਉਸ ਤਰ੍ਹਾਂ ਨੋਟ ਕਰ ਸਕਦੇ ਹੋ ਵੀ ਕਈ ਵਰਡ ਨੂੰ ਆਪਾਂ ਕਿਵੇਂ ਬੋਲ ਸਕਦੇ ਹਾਂ। ਉਹਨਾਂ ਦੇ ਸਪੈਲਿੰਗਸ ਯਾਦ ਰੱਖਣੇ ਆ। ਠੀਕ ਹੈ ਬੱਚਿਓ, ਤਾਂ ਕੁਛ ਵਰਡ ਹੈਗੇ ਆ ਇੰਪੋਰਟੈਂਟ। ਪਹਿਲਾ ਵਰਡ ਹੈ ਟੰਮੀ, ਪੇਟ ਵਾਸਤੇ ਯੂਜ਼ ਕਰਦੇ ਹਾਂ, ਢਿੱਡ ਵਾਸਤੇ। ਵਰਡ ਹੈਗਾ ਫਿਸ, ਰੌਲਾ ਰੱਪਾ ਜਾਂ ਗੜਬੜ ਵਾਲੀ, ਜਿੱਥੇ ਖੱਪ ਖਾਨਾ ਜ਼ਿਆਦਾ ਪੈਂਦਾ ਹੋਵੇ ਜਾਂ ਗੜਬੜ ਹੋਵੇ। ਨਿਬਲਸ ਹੁੰਦਾ ਕੁਤਰਨਾ। ਕੁਤਰਨਾ ਦਾ ਮਤਲਬ ਹੁੰਦਾ ਜਿਵੇਂ ਚੂਹੇ ਜਿਹੜੇ ਕਾਗਜ਼ ਨੂੰ ਬਰੀਕ ਬਰੀਕ ਕੱਟ ਕੇ ਰੱਖ ਦਿੰਦੇ, ਉਹਦੇ ਵਾਸਤੇ ਵਰਡ ਯੂਜ਼ ਹੁੰਦਾ। ਗਰੋਲਸ ਇੱਥੇ ਵਰਤ ਆ ਗਿਆ ਭੌਂਕਣ ਦੇ ਲਈ, ਗੁਰਰਾਉਣ ਦੇ ਲਈ। ਕੁੱਤਾ ਜਿਵੇਂ ਗੁਰ ਕਰਦੇ ਜਾਂ ਬੌਂ ਬੌਂ ਕਰਦੇ, ਉਹਨੂੰ ਆਪਾਂ ਗਰੋਲ ਕਹਿ ਦਿੰਦੇ ਹਾਂ। ਟੀਅਰ ਡਾਊਨ ਫਾੜ ਦੇਣਾ, ਕਿਸੇ ਚੀਜ਼ ਨੂੰ, ਕਾਪੀ ਨੂੰ, ਕਿਤਾਬ ਨੂੰ ਜਾਂ ਕੱਪੜੇ ਨੂੰ ਫਾੜਨਾ, ਉਹਦੇ ਲਈ ਟੀਅਰ ਡਾਊਨ ਵਰਡ ਯੂਜ਼ ਹੁੰਦਾ। ਫਰੋਨ ਵਰਡ ਹੈਗਾ ਤਿਊੜੀ ਲਈ। ਤਿਊੜੀ ਕਿਹੜੀ, ਜਿਵੇਂ ਮੱਥੇ ਦੇ ਉੱਤੇ ਵੱਟ ਪੈਂਦੇ ਆ, ਠੀਕ ਹੈ ਨਾ, ਗੁੱਸਾ ਜਦੋਂ ਆਉਂਦਾ ਉਹਦੇ ਲਈ ਵਰਡ ਯੂਜ਼ ਕਰਦੇ ਆ ਫਰੋਨ। ਕਨਵਰਸੇਸ਼ਨ ਦਾ ਗੱਲਬਾਤ ਕਰਨੀ। ਦੋ ਜਣੇ ਜਦੋਂ ਆਪਸ 'ਚ ਗੱਲ ਕਰਦੇ ਜਾਂ ਦੋ ਤੋਂ ਜ਼ਿਆਦਾ ਗੱਲ ਕਰਦੇ ਆ, ਉਹਨੂੰ ਆਪਾਂ ਕਨਵਰਸੇਸ਼ਨ ਕਹਿੰਦੇ ਹਾਂ। ਟਰੀਟ ਹੁੰਦਾ ਭੋਜਨ, ਖਾਣਾ। ਕੁਇਕ ਔਨ ਫੀਟ, ਪੈਰਾਂ ਤੋਂ ਤੇਜ਼, ਯਾਨੀ ਕੋਈ ਵੀ ਕੰਮ ਕਰਨਾ ਜਾਂ ਦੌੜ ਕੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਚਲ ਜਾਣਾ, ਉਹਦੇ ਵਾਸਤੇ ਆਪਾਂ ਵਰਡ ਯੂਜ਼ ਕਰਦੇ ਹਾਂ ਕੁਇਕ ਔਨ ਫੀਟ। ਸੋ ਇਹ ਤੁਹਾਡੇ ਲਈ ਕੁਛ ਵਰਡ ਸੀਗੇ ਜੋ ਲੈਸਨ ਵਿੱਚ ਦੱਸੇ ਗਏ। ਮਾਈ ਫਿਊਰੀ ਫਰੈਂਡ, ਔਰ ਇਹਨੂੰ ਅਸੀਂ ਪੰਜਾਬੀ 'ਚ ਕਹਿ ਸਕਦੇ ਮੇਰਾ ਲੂਈਦਾਰ ਦੋਸਤ। ਲੂਈਦਾਰ ਆਪਾਂ ਕਿਹਨੂੰ ਕਹਿ ਦਿੰਦੇ, ਜਿਹੜਾ ਬਹੁਤ ਸੌਫਟ ਹੋਵੇ, ਪੋਲਾ ਹੋਵੇ। ਠੀਕ ਹੈ। ਔਰ ਇਹ ਲੈਸਨ ਜਿਹੜਾ ਇੱਕ ਡੌਗ ਦੇ ਬਾਰੇ ਆ, ਇੱਕ ਕੁੱਤੇ ਦੇ ਬਾਰੇ ਆ, ਪੋਇਮ। ਅਤੇ ਉਹ ਆਪਾਂ ਆਮ ਤੌਰ 'ਤੇ ਦੇਖਦੇ ਕਈ ਵਾਰੀ ਕੁੱਤੇ ਨੂੰ ਟੱਚ ਕਰਦੇ ਹਾਂ ਅਤੇ ਉਹ ਬਹੁਤ ਸੌਫਟ ਹੁੰਦੇ ਆ, ਉਹਨਾਂ ਦੇ ਵਾਲ ਜਾਂ ਉਹਨਾਂ ਦਾ ਸਕਿਨ ਜਿਹੜੀ ਆ। ਅੱਗੇ ਪੋਇਮ ਸ਼ੁਰੂ ਹੁੰਦੀ ਹੈ। ਪੋਇਮ ਦੇਖਣਾ ਆਪਾਂ ਵੀ ਉਹਦੇ 'ਚ ਕੀ ਮਤਲਬ ਨਿਕਲਦਾ। ਆਈ ਬਰੌਟ ਹੋਮ ਏ ਪੱਪੀ ਕਹਿੰਦੇ ਕੁੱਤੇ ਦੇ ਬੱਚੇ ਨੂੰ। ਹੀ ਲੁਕਡ ਵੈਰੀ ਹੈਪੀ, ਸੌਫਟ ਬਰਾਊਨ ਆਈਜ਼, ਇਜ਼ ਵੈਰੀ ਸਮਾਲ ਇਨ ਸਾਈਜ਼। ਮੈਂ ਘਰ ਨੂੰ ਇੱਕ ਕਤੂਰਾ ਲੈ ਕੇ ਆਇਆ, ਯਾਨੀ ਕਿ ਇੱਕ ਬੱਚਾ, ਕੁੱਤੇ ਦਾ ਬੱਚਾ ਲੈ ਕੇ ਆਇਆ, ਉਹ ਬਹੁਤ ਖੁਸ਼ ਨਜ਼ਰ ਆਇਆ। ਨਰਮ ਭੂਰੀਆਂ ਅੱਖਾਂ ਸੀ ਉਹਦੀਆਂ, ਆਕਾਰ ਯਾਨੀ ਉਹਦਾ ਬਹੁਤ ਛੋਟਾ ਸੀਗਾ, ਛੋਟਾ ਜਿਹਾ ਬੱਚਾ ਸੀ ਕੁੱਤੇ ਦਾ। ਮੈਂ ਕੌਣ ਇੱਥੇ, ਜਿਸ ਨੇ ਇਹ ਪੋਇਮ ਲਿਖੀ ਹੈ ਵੰਦਨਾ ਲੂਨੀਵਾਲ, ਜਿਹੜਾ ਪੋਇਟ ਹੈ ਇਸ ਦਾ। ਆਹ ਦੇਖੋ ਫੋਟੋ ਇੱਕ ਤੁਹਾਡੇ ਲਈ ਹੈਗੀ ਆ, ਵੀ ਇੱਦਾਂ ਦਾ ਹੋ ਸਕਦਾ ਤੁਹਾਡੀ ਬੁੱਕ ਦੇ ਵਿੱਚ ਇਹ ਫੋਟੋ ਹੈਗੀ ਆ। ਬਲੈਕ ਐਂਡ ਵਾਈਟ, ਸਲੀਪਸ ਡੇ ਐਂਡ ਨਾਈਟ, ਐਜ਼ ਸਮੋਲ ਐਜ਼ ਰੈਟ, ਬਟ ਹੈਜ਼ ਏ ਟਮੀ ਸੋ ਫੈਟ। ਕਾਲਾ ਅਤੇ ਚਿੱਟਾ ਸੀ, ਜਿਵੇਂ ਆਪਾਂ ਫੋਟੋ 'ਚ ਦੇਖ ਲਿਆ ਉਹਦਾ ਰੰਗ ਕਾਲਾ ਅਤੇ ਚਿੱਟਾ ਸੀ। ਦਿਨ ਰਾਤ ਸੌਂਦਾ ਸੀ, ਕੰਮ ਉਹਦਾ ਕੀ, ਸੌਣਾ। ਸਲੀਪ ਮਤਲਬ ਸੌਣਾ। ਚੂਹੇ ਵਾਂਗ ਛੋਟਾ, ਸਮਾਲ ਮਤਲਬ ਛੋਟਾ, ਪਰ ਉਸਦਾ ਢਿੱਡ ਸੋ ਫੈਟ ਮੋਟਾ ਆ, ਯਾਨੀ ਹੈ ਛੋਟਾ ਪਰ ਆਪ ਮੋਟਾ। ਇੱਥੇ ਬਹੁਤ ਛੋਟਾ ਲਿਖਿਆ ਗਿਆ ਹੈ, ਬਹੁਤ ਛੋਟਾ ਨਹੀਂ, ਬਹੁਤ ਮੋਟਾ ਹੋਣਾ ਸੀ ਇੱਥੇ। ਠੀਕ ਹੈ। always ready to fight and happy to bite, nibbles like a mouse, eats whatever he finds in the house।
ਫਾਈਟ ਲੜਨਾ, ਹਮੇਸ਼ਾ ਲੜਨ ਲਈ ਤਿਆਰ ਰਹਿੰਦਾ ਸੀ, ਯਾਨੀ ਮਾੜੀ ਜੀ ਗੱਲ ਤੇ ਛੇੜੋ ਭੌਂਕਣ ਲੱਗ ਪੈਂਦਾ ਸੀ। ਬਾਈਟ ਮਤਲਬ ਕੱਟਣਾ, ਖੁਸ਼ ਹੁੰਦਾ ਸੀ ਕੱਟ ਕੇ ਕਿਸੇ ਚੀਜ਼ ਨੂੰ ਵੀ। ਨਿਬਲਸ ਕੁਤਰਨਾ, ਜੇ ਚੂਹੇ ਕਾਗਜ਼ ਨੂੰ ਕੁਤਰਦੇ, ਇੱਦਾਂ ਹਰੇਕ ਚੀਜ਼ ਨੂੰ ਜੋ ਵੀ ਉਹਦੇ ਹੱਥ ਆਉਂਦੀ ਉਹਨੂੰ ਕੁਤਰ ਦਿੰਦਾ ਸੀ। ਅਤੇ ਜੋ ਵੀ ਕੁਛ ਘਰ 'ਚ ਉਹਨੂੰ ਲੱਭਦਾ ਸੀ ਉਹਨੂੰ ਖਾ ਲੈਂਦਾ ਸੀ। ਈਟ ਮਤਲਬ ਖਾਣਾ, ਫਾਈਂਡ ਮਤਲਬ ਲੱਭਣਾ। ਹੀ ਮੇਕਸ ਏ ਫਨੀ ਨੋਇਸ, ਨੋਇਸ ਹੁੰਦਾ ਆਵਾਜ਼, ਫਨੀ ਹੁੰਦੀ ਮਜ਼ਾਕ ਵਾਲੀ ਆਵਾਜ਼, ਕਿਸੇ ਦੀ ਨਕਲ ਤਾਰਨੀ ਜਾਂਦਾ। ਵੈਨ ਹੀ ਟੀਅਰਸ ਡਾਊਨ ਹਿਸ ਟੋਇਜ਼, he loves to be part of the fun and listens to our conversation. Listen, ਸੁਣਨਾ। ਜਦੋਂ ਆਪਣੇ ਖਿਡੌਣਿਆਂ ਨੂੰ ਫਾੜ ਦਿੰਦਾ ਸੀਗਾ ਅਤੇ ਆਵਾਜ਼ਾਂ ਕੱਢਦਾ ਸੀਗਾ, ਆਪਣੇ ਜਿਹੜੇ ਉਹਨੂੰ ਖਿਡੌਣੇ ਦਿੱਤੇ ਸੀਗੇ ਉਹਨੂੰ ਤੋੜ ਦਿੰਦਾ ਸੀ, ਪਾੜ ਦਿੰਦਾ ਸੀਗਾ, ਅਤੇ ਫਿਰ ਆਵਾਜ਼ਾਂ ਅਲੱਗ ਅਲੱਗ ਤਰ੍ਹਾਂ ਦੀ ਕੱਢਦੇ ਸੀ, ਜਿਵੇਂ ਮਜ਼ਾਕ ਉਡਾਉਂਦਾ ਹੁੰਦਾ ਨਾ। ਉਹ ਮਜ਼ਾਕ ਦਾ ਹਿੱਸਾ ਬਣਨਾ ਪਸੰਦ ਕਰਦਾ ਹੈ ਅਤੇ ਸਾਡੀ ਗੱਲਬਾਤ ਵੀ ਸੁਣਦਾ। ਜਦੋਂ ਕਹਿੰਦੇ ਅਸੀਂ ਗੱਲ ਕਰਦੇ ਹਾਂ, ਕਨਵਰਸੇਸ਼ਨ ਹੁੰਦਾ, ਆਪਸ 'ਚ ਗੱਲ ਕਰਦੇ, ਤਾਂ ਉਹ ਸਾਡੇ ਵੱਲ ਦੇਖਦਾ ਜਿਵੇਂ ਸਾਡੀ ਗੱਲ ਨੂੰ ਸੁਣਦਾ ਹੋਵੇ। ਹੀ ਕਮਸ ਐਂਡ ਸਿਟਸ ਬਿਟਵੀਨ ਅਸ ਐਂਡ ਮੇਕਸ ਆਫ ਅਸ, ਹੀ ਗਰੋਲਸ ਲਾਊਡਲੀ ਟੂ ਸੇ ਨੋ। ਗਰੋਲਸ ਮਤਲਬ ਭੌਂਕਣਾ, ਗੁਰਰਾਉਣਾ। ਉਹ ਆਉਂਦਾ ਹੈ ਅਤੇ ਸਾਡੇ ਵਿਚਕਾਰ ਬੈਠਦਾ, ਜਿੱਥੇ ਅਸੀਂ ਬੈਠੇ ਹੁੰਦੇ ਸੀ ਸਾਡੇ ਕੋਲ ਆ ਕੇ ਬੈਠ ਜਾਂਦਾ ਹੈ। ਗੜਬੜ ਕਰਦਾ ਹੈ, ਫਸਟ ਮਤਲਬ ਗੜਬੜ ਕਰਨਾ ਜਾਂ ਰੌਲਾ ਪਾਉਣਾ। ਜਦੋਂ ਅਸੀਂ ਉਹਨੂੰ ਨੋ ਕਹਿੰਦੇ ਸੀ, ਯਾਨੀ ਉਹ ਜਦੋਂ ਰੌਲਾ ਪਾਉਂਦਾ ਸੀ, ਭੌਂਕਦਾ ਸੀ, ਇਹਨੂੰ ਨੋ ਕਹਿੰਦੇ ਸੀ, ਤਾਂ ਉਸ ਉੱਚੀ ਉੱਚੀ ਗੁਰਰਾਉਂਦਾ ਸੀ, ਗੁਰ ਗੁਰ ਕਰਦਾ ਸੀ, ਯਾਨੀ ਸਾਡੇ ਵੱਲ ਦੇਖ ਕੇ ਗੁੱਸਾ ਕਰਦਾ ਸੀ। ਨਾਓ ਫੁੱਲੀ ਗਰੋਨ, ਹਿਸ ਫੋਰਹੈਡ ਹੈਜ਼ ਏ ਫਰੋਨ। ਫੋਰਹੈਡ ਹੁੰਦਾ ਮੱਥਾ। ਇਫ ਯੂ ਟੱਚ ਹਿਸ ਫੂਡ ਹੀ ਸਪੋਇਲਸ ਹਿਸ ਮੂਡ। ਹੁਣ ਪੂਰੀ ਤਰ੍ਹਾਂ ਵੱਡਾ ਹੋ ਗਿਆ, ਉਹਦੇ ਮੱਥੇ 'ਤੇ ਤਿਊੜੀ ਵੀ ਪੈ ਜਾਂਦੀ ਸੀ, ਤਿਊੜੀ ਵੱਟ ਪੈ ਜਾਂਦਾ ਸੀ। ਜੇ ਤੁਸੀਂ ਉਹਦੇ ਭੋਜਨ ਨੂੰ ਛੂੰਹਦੇ ਹੋ, ਯਾਨੀ ਉਹਦਾ ਖਾਣਾ ਪਿਆ ਜੇ ਤੁਸੀਂ ਉਹਨੂੰ ਖੂਹਣ ਦੀ ਕੋਸ਼ਿਸ਼ ਕਰਦੇ ਆ, ਖਿੱਚਣ ਦੀ ਕੋਸ਼ਿਸ਼ ਕਰਦੇ ਆ, ਫੜਨ ਦੀ ਕੋਸ਼ਿਸ਼ ਕਰਦੇ, ਤਾਂ ਉਹਨੂੰ ਮੱਥੇ 'ਤੇ ਉਹਦੇ ਵੱਟ ਸਾਨੂੰ ਦਿਖਣ ਲੱਗ ਪੈਂਦੇ, ਉਹਦਾ ਮੂਡ ਵੀ ਖਰਾਬ ਹੋ ਜਾਂਦਾ ਸੀ, ਯਾਨੀ ਉਹ ਗੁੱਸਾ ਕਰਦਾ ਸੀ ਜਦੋਂ ਅਸੀਂ ਉਹਦੇ ਖਾਣੇ ਨੂੰ ਟੱਚ ਕਰਦੇ ਸੀ। ਹੀ ਲਵਸ ਟੂ ਈਟ, ਆਲਵੇਜ਼ ਹੰਗਰੀ ਫਾਰ ਮੀਟ। ਮੀਟ ਹੁੰਦਾ ਮਾਸ। ਵੈਨ ਯੂ ਗਿਵ ਹਿਮ ਏ ਟਰੀਟ ਹੀ ਇਜ਼ ਕੁਇਕ ਔਨ ਹਿਜ਼ ਫੀਟ। ਉਹ ਖਾਣਾ ਪਸੰਦ ਕਰਦਾ ਹੈ, ਖਾਣੇ ਦੇ ਵਿੱਚ ਉਹਨੂੰ ਮੀਟ ਜ਼ਿਆਦਾ ਪਸੰਦ ਹੈ, ਮੀਟ ਦਾ ਭੁੱਖਾ ਹੁੰਦਾ। ਜਦੋਂ ਉਹਨੂੰ ਮੀਟ ਮਿਲਦਾ ਤਾਂ ਟੁੱਟ ਕੇ ਪੈ ਜਾਂਦਾ ਹੈ। ਜਦੋਂ ਤੁਸੀਂ ਉਸ ਨੂੰ ਭੋਜਨ ਦਿੰਦੇ ਹੋ ਤਾਂ ਭੱਜ ਕੇ ਆਉਂਦਾ, ਉਹ ਪੈਰਾਂ ਤੋਂ ਬਹੁਤ ਤੇਜ਼ ਆ। ਸੋ ਬੱਚਿਓ, ਇਹ ਸੀ ਮਾਈ ਫਿਊਰੀ ਫਰੈਂਡ, ਮੇਰਾ ਲੂਈਂਦਾਰ ਦੋਸਤ। ਕੀ ਹੀ ਦੋਸਤ? ਇੱਕ ਪੱਪੀ ਸੀ, ਕੁੱਤੇ ਦਾ ਬੱਚਾ ਸੀ ਆ, ਉਹਦੇ ਬਾਰੇ ਦੱਸਿਆ ਵੀ ਉਹ ਕੀ ਕੁਛ ਕਰਦਾ ਸੀ। ਸੋ ਅੱਗੇ ਐਕਟੀਵਿਟੀ 2 ਆ, ਗਿਵ ਦਾ ਰਾਈਮਿੰਗ ਵਰਡਸ ਆਫ ਦਾ ਫੋਲੋਇੰਗ ਵਰਡਸ। ਰਾਈਮਿੰਗ ਵਰਡ ਜਿਹੜੇ ਬੋਲਣ 'ਚ ਇੱਕੋ ਜਿਹੇ ਹੋਣ। ਬਸ, ਲਾਈਟ ਅਤੇ ਨੀਟ, ਇਹ ਤੁਹਾਡੇ ਦਿੱਤੇ ਹੋਏ ਆ। ਅੱਗੇ ਜੋ ਗ੍ਰੀਨ ਕਲਰ ਦੇ ਵਿੱਚ ਲਿਖੇ ਆ ਨਾ, ਉਹ ਇਹਨਾਂ ਦੇ ਆਨਸਰ, ਉਹ ਜੋ ਆਪਾਂ ਵਿੱਚੋਂ ਲੱਭ ਕੇ ਇਹਦੇ 'ਚ ਲਿਖੇ ਆ। ਬਸ ਦਾ ਆਉਂਦਾ ਫਸ, ਅਸਤ, ਡਿਸਕਸ, ਲਾਈਟ, ਫਾਈਟ, ਰਾਈਟ, ਵਾਈਟ। ਦੇਖੋ ਬੋਲਣ 'ਚ ਇੱਕੋ ਜਿਹੀ ਆਵਾਜ਼, ਤਾਂ ਹੀ ਇਹਨੂੰ ਰਾਈਮਿੰਗ ਵਰਡ ਕਹਿੰਦੇ। ਇਹਨੂੰ ਯਾਦ ਰੱਖਿਓ ਵੀ ਰਾਈਮਿੰਗ ਵਰਡ ਕਈ ਵਾਰੀ ਆ ਜਾਂਦਾ, ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਰਾਈਮਿੰਗ ਵਰਡ ਕਿਹੜੇ ਹੁੰਦੇ ਆ। ਨੀਟ, ਫੀਟ, ਮੀਟ, ਈਟ। ਤੀਸਰੀ ਐਕਟੀਵਿਟੀ ਆ, ਰੀਡ ਦਾ ਫੋਲੋਇੰਗ ਵਰਡਸ, ਫਰੇਜ਼ਿਸ ਐਂਡ ਯੂਜ਼ ਦੈਮ ਇਨ ਮੀਨਿੰਗਫੁਲ ਸੈਂਟੈਂਸ। ਕੁਛ ਵਰਡ ਲਿਖੇ ਹੋਏ ਆ, ਇਹਨਾਂ ਨੂੰ ਆਪਾਂ ਸੈਂਟੈਂਸ ਦੇ ਵਿੱਚ ਆਪਣੇ ਵੱਲੋਂ ਕੁਛ ਸੈਂਟੈਂਸ ਬਣਾਉਣੇ ਆ। ਕਨਵਰਸੇਸ਼ਨ ਤੁਹਾਨੂੰ ਦੱਸਿਆ ਸੀ, ਗੱਲ ਕਰਨੀ, ਗੱਲਬਾਤ ਕਰਨੀ। ਆਈ ਹੈਵ ਅ ਗੁੱਡ ਕਨਵਰਸੇਸ਼ਨ ਵਿਦ ਯੂਅਰ ਫਰੈਂਡ। ਮੇਰੀ ਤੁਹਾਡੇ ਦੋਸਤ ਨਾਲ ਇੱਕ ਚੰਗੀ ਗੱਲਬਾਤ ਹੋਈ। ਫਰੋਨ, ਯੂਅਰ ਫਰੋਨ ਸ਼ੋਜ਼ ਦੈਟ ਯੂ ਆਰ ਐਂਗਰੀ। ਤੇਰੇ ਮੱਥੇ 'ਤੇ ਤਿਉੜੀ ਜਿਹੜੀ ਉਹ ਦੱਸਦੀ ਹੈ ਵੀ ਤੂੰ ਗੁੱਸੇ ਵਿੱਚ ਆ। ਟੀਅਰ ਡਾਊਨ, ਵਾਈ ਯੂ ਟੀਅਰ ਡਾਊਨ ਦਾ ਪੇਪਰ। ਤੂੰ ਇਸ ਪੇਪਰ ਨੂੰ ਕਿਉਂ ਫਾੜ ਦਿੱਤਾ ਹੈ। ਕੁਇਕ ਔਨ ਫੀਟ, ਹੀ ਇਜ਼ ਵੈਰੀ ਕੁਇਕ ਔਨ ਹਿਜ਼ ਫੀਟ। ਉਹ ਆਪਣੇ ਪੈਰਾਂ 'ਤੇ ਬਹੁਤ ਤੇਜ਼ ਹੈ, ਯਾਨੀ ਕੋਈ ਕਿਸੇ ਵੀ ਕੰਮ ਦੇ ਲਈ ਵੀ ਦੌੜ ਕੇ ਜਾਂਦਾ ਆ। ਐਕਟੀਵਿਟੀ 4 ਹੈ, ਰੀਡ ਦਾ ਪੋਇਮ ਐਂਡ ਆਨਸਰ ਦਾ ਫੋਲੋਇੰਗ ਕੁਐਸਚਨਸ। ਕੁਛ ਕੁਐਸਚਨ ਆ, ਪੋਇਮ ਦੇ ਵਿੱਚੋਂ ਦੇਖ ਕੇ ਆਪਾਂ ਆਨਸਰ ਦੇਣੇ ਆ। ਰਾਈਟ ਅ ਫਿਊ ਥਿੰਗ ਅਬਾਊਟ ਦਾ ਫਿਊਰੀ ਫਰੈਂਡ ਆਫ ਦਾ ਪੋਇਟ। ਪੋਇਟ ਦਾ ਜਿਹੜਾ ਫਿਊਰੀ ਫਰੈਂਡ ਹੈ ਉਹਦੇ ਬਾਰੇ ਕੁਛ ਤੁਸੀਂ ਦੱਸੋ। ਪਹਿਲਾ ਪੁਆਇੰਟ ਹੈ, ਹੀ ਇਜ਼ ਲਿਟਲ ਪੱਪੀ, ਇੱਕ ਛੋਟਾ ਜਿਹਾ ਕੁੱਤੇ ਦਾ ਬੱਚਾ।
His color is black and white, ਉਹਦਾ ਰੰਗ ਕਾਲਾ ਤੇ ਚਿੱਟਾ ਹੈ। He sleeps day and night, ਉਹ ਸਾਰਾ ਦਿਨ ਸੌਂਦਾ ਹੈ। His tummy is very fast, ਇਸ ਦੋ ਵਾਰੀ ਲਿਖਿਆ ਗਿਆ, ਇੱਕ ਵਾਰੀ ਲਿਖਣਾ ਤੁਸੀਂ। ਉਹਦਾ very fat, sorry fast ਨਹੀਂ, fat, fat ਮਤਲਬ ਮੋਟਾ। ਉਹਦਾ ਢਿੱਡ ਮੋਟਾ, ਆਪ ਉਹ ਛੋਟਾ ਪਰ ਉਹਦਾ ਢਿੱਡ ਮੋਟਾ ਹੈ। Please eyes are soft and brown, ਗਲਤ ਲਿਖਿਆ, ਪਲੀਜ਼ ਨਹੀਂ ਆਉਣਾ। His eyes are soft brown, ਉਹਦੀਆਂ ਅੱਖਾਂ ਭੂਰੀਆਂ ਹਨ। ਪਲੀਜ਼ ਦੀ ਥਾਂ ਤੇ ਹਿਜ਼ ਲਿਖਣਾ, HIS, ਠੀਕ ਕਰ ਲਿਓ। 5th ਐਕਟੀਵਿਟੀ ਹੈ ਰੀਡ ਐਨ ਆਨਸਰ। I brought home a puppy, he looked very happy, ਮੈਂ ਇੱਕ ਪੱਪੀ ਨੂੰ, ਕੁੱਤੇ ਦੇ ਬੱਚੇ ਨੂੰ ਘਰ ਲੈ ਕੇ ਆਇਆ, ਉਹ ਬਹੁਤ ਖੁਸ਼ ਨਜ਼ਰ ਆਇਆ। What did the poet bring home, bring ਮਤਲਬ ਲੈ ਕੇ ਆਉਣਾ, poet ਮਤਲਬ ਕਵੀ। ਘਰ ਕੀ ਲੈ ਕੇ ਆਇਆ, ਪੱਪੀ ਲੈ ਕੇ ਆਇਆ। The poet brought a puppy home, brought ਕਿਉਂ ਆਇਆ, ਕਿਉਂਕਿ ਪਾਸਟ ਟੈਂਸ ਦੇ ਵਿੱਚ ਆ, ਕੁਐਸਚਨ ਡਿਡ ਲੱਗਾ ਹੋਇਆ ਤੇ ਬ੍ਰਿੰਗ ਦੀ ਸੈਕਿੰਡ ਫਾਰਮ brought ਲਾਉਣੀ ਪਈ ਸਾਨੂੰ। Nibbles like a mouse, eat whatever he finds in the house, ਚੂਹੇ ਵਾਂਗੂ ਕੁਤਰਦਾ ਹੈ, ਜੋ ਉਹਨੂੰ ਲੱਭਦਾ ਸਭ ਕੁਝ ਖਾ ਜਾਂਦਾ ਹੈ। What does the puppy nibble at, ਪੱਪੀ ਕੀ ਨਿਬਲ ਕਰਦਾ ਹੈ, ਕੀ ਨਿਬਲ ਕਰਦਾ, ਕੀ ਕੁਤਰਦਾ, ਜੋ ਉਹਨੂੰ ਲੱਭਦਾ ਹੈ। The puppy nibbles at whatever he finds in the house, ਜੋ ਉਹਨੂੰ ਲੱਭਦਾ ਆ ਉਹ ਖਾ ਜਾਂਦਾ ਆ। You ask him to go, he growls loudly to say no, ਜਦੋਂ ਤੁਸੀਂ ਉਹਨੂੰ ਕਹਿੰਦੇ ਵੀ ਚੱਲ ਜਾ ਇੱਥੋਂ, ਉਹ ਗੁਰਰਾਉਂਦਾ ਆ। ਠੀਕ ਹੈ, ਉਹਨੂੰ ਗੁਰਰਾਉਣ ਕੇ ਨੋ ਕਹਿੰਦਾ ਵੀ ਮੈਂ ਨਹੀਂ ਜਾਂਦਾ ਇੱਥੋਂ। Why does the puppy growl, the puppy goes ਲਿਖਿਆ, ਇੱਥੇ growls ਆਉਣਾ ਹੈ। growl ਲਿਖ ਕੇ GROWLS ਪਿੱਛੇ ਪਾਉਣਾ, growls to say no to go। He is quick on his feet when you give him a treat, ਉਹ ਬਹੁਤ ਤੇਜ਼ ਹੈ ਜਦੋਂ ਤੁਸੀਂ ਉਹਨੂੰ ਖਾਣ ਨੂੰ ਕੁਛ ਦਿੰਦੇ, ਭੱਜ ਕੇ ਜਾਂਦਾ ਖਾਣ ਵਾਸਤੇ। When is the puppy quick on his feet, the puppy is quick on his feet when you give him a treat, ਜਦੋਂ ਤੁਸੀਂ ਉਹਨੂੰ ਭੋਜਨ ਦਿੰਦੇ ਹੋ ਨੱਠ ਕੇ ਭੋਜਨ ਵੱਲ ਨੂੰ ਜਾਂਦਾ ਹੈ, ਉਹ ਪੈਰਾਂ ਤੋਂ ਬਹੁਤ ਤੇਜ਼ ਆ। ਅੱਗੇ ਆ ਲਰਨਿੰਗ ਲੈਂਗੁਏਜ ਦਾ ਨਾਊਨ ਨੰਬਰ, ਨਾਊਨ ਦੇ ਨੰਬਰ। ਨਾਊਨ ਕੀ ਆ, ਪਰਸਨ, ਪਲੇਸ, ਐਨੀਮਲ, ਥਿੰਗ, ਚਾਰ ਚੀਜ਼ਾਂ ਦੇ ਲਈ ਜੋ ਅਸੀਂ ਵਰਡ ਯੂਜ਼ ਕਰਦੇ ਉਹਨੂੰ ਨਾਊਨ ਕਹਿੰਦੇ। ਹੁਣ ਅਸੀਂ ਨਾਊਨ ਦੇ ਨੰਬਰ ਦੀ ਗੱਲ ਕਰਨੀ ਹੈ, ਸਿੰਗੂਲਰ ਤੇ ਪਲੂਰਲ, ਇੱਕ ਵਚਨ ਤੇ ਬਹੁਵਚਨ। ਇੱਕ ਨਾਊਨ ਹੋਵੇ ਤਾਂ ਆਪਾਂ ਕੀ ਕਹਿਣਾ, ਇੱਕ ਤੋਂ ਜ਼ਿਆਦਾ ਹੋਣਗੇ ਤਾਂ ਆਪਾਂ ਕੀ ਕਹਿਣਾ। ਸਿੰਗੂਲਰ ਨਾਊਨ ਹੁੰਦਾ ਇੱਕ, ਪਲੂਰਲ ਨਾਊਨ ਹੁੰਦਾ ਮੈਨੀ, ਯਾਨੀ ਇੱਕ ਤੋਂ ਜ਼ਿਆਦਾ, ਦੋ ਵੀ ਹੋ ਸਕਦੇ, ਚਾਰ ਵੀ ਹੋ ਸਕਦੇ, 100 ਵੀ ਹੋ ਸਕਦੇ, ਲੱਖ ਵੀ ਹੋ ਸਕਦੇ। ਸਾਰਿਆਂ ਲਈ ਇੱਦਾਂ ਹੀ ਲੱਗੂ। ਜਿਵੇਂ ਇੱਕ ਡੋਲ ਆ ਤਾਂ ਆਪਾਂ ਨੂੰ ਡੋਲ ਕਹਿਣਾ, ਇੱਕ ਚੀਜ਼ ਆ ਡੋਲ, ਇੱਕ ਆ ਤੈਨੂੰ ਡੋਲ ਹੀ ਕਹਿਣਾ। ਜੇ ਇੱਕ ਤੋਂ ਜ਼ਿਆਦਾ ਡੋਲ ਆ ਤੈਨੂੰ ਡੋਲਸ ਕਹਿਣਾ, ਐਸ ਲੱਗ ਗਿਆ। ਬੈਟ ਬੈਟਸ, ਬੇਬੀ ਬੇਬੀਜ਼, ਸਿਟੀ ਸਿਟੀਜ਼, ਔਰੇਂਜ ਔਰੇਂਜਿਸ। ਇੱਕ ਦੇ ਲਈ ਅਸੀਂ ਡਿਫਰੈਂਟ ਤਰ੍ਹਾਂ ਦਾ ਵਰਡ ਯੂਜ਼ ਕਰਨਾ, ਇੱਕ ਤੋਂ ਜ਼ਿਆਦਾ ਹੈ ਅਤੇ ਉਹਦੇ ਪਿੱਛੇ ਐਸ ਜਾਂ ES ਜਾਂ IES ਲਾਉਣਾ ਆ, ਇਹ ਤੁਸੀਂ ਯਾਦ ਰੱਖਿਓ। ਹੁਣ ਦੇਖੋ ਇੱਕ ਫੋਟੋ, ਇੱਕ ਪਾਸੇ ਇੱਕ ਡੋਲ ਹੈ, ਇੱਕ ਪਾਸੇ ਤਿੰਨ, ਉਹਨੂੰ ਆਪਾਂ ਡੋਲ ਨਹੀਂ ਕਹਾਂਗੇ, ਉਹਨੂੰ 3 ਡੋਲਸ ਕਹਾਂਗੇ। 1 ਡੋਲ, 3 ਡੋਲਸ, ਐਸ ਪਿੱਛੇ ਲੱਗੇਗਾ। ਠੀਕ ਹੈ। Now let us look at the following sentences. Radhika has 1 doll, ਰਾਧਿਕਾ ਕੋਲ ਇੱਕ ਡੋਲ ਹੈ। Rita has 3 dolls, 1 ਦੇ ਨਾਲ doll, 3 ਦੇ ਨਾਲ dolls। 2 chocolate, Amrit got 2 chocolate on his birthday, chocolates, 2 chocolates, ਇੱਕ ਹੁੰਦਾ ਤਾਂ chocolate ਹੋਣਾ ਹੈ, 2 ਲਿਖਿਆ ਤਾਂ chocolates ਆ ਗਿਆ। I have an orange, ਇੱਕ orange ਆ in my bag। ਠੀਕ ਹੈ। ਆ ਦੇਖੋ ਅੱਗੇ ਫੋਟੋ ਬਣੀ ਹੋਈ ਹੈ, 1 orange ਹੈ, ਸਿੰਗੂਲਰ ਆ, ਅੱਗੇ ਪਲੂਰਲ ਕੀ ਹੈ, 3 oranges, ਐਸ ਲੱਗ ਗਿਆ। 1 bird, 2 birds, 1 star, many stars, 1 puppy, 4 puppies, Y ਦੀ ਥਾਂ ਤੇ I ਲੱਗ ਗਿਆ। ਠੀਕ ਹੈ ਜੀ। AS ES ਤੇ IES ਇਹ ਸਿੰਗੂਲਰ ਤੋਂ ਪਲੂਰਲ ਬਣਾਉਣ ਦੇ ਵਿੱਚ ਹੈਲਪਫੁਲ ਹੁੰਦੇ ਆ। ਹੁਣ ਕੁਛ ਹੋਰ ਵਰਡਸ ਐਗਜ਼ਾਮਪਲ ਹੈਗੀਆਂ ਸਾਡੇ ਕੋਲ, ਕੈਟ ਕੈਟਸ, ਫਲੈਗ ਫਲੈਗਸ, ਹਾਰਸ ਹਾਰਸਿਸ, ਗੋਟ ਗੋਟਸ। ਠੀਕ ਹੈ। ਬਾਲ ਬਾਲਸ, ਲਾਈਨ ਲਾਈਨਸ, ਸਿਸਟਰ ਸਿਸਟਰਸ, ਓਲ ਓਲਸ, ਇਹਨਾਂ ਸਾਰਿਆਂ ਦੇ ਅੱਗੇ ਜਦੋਂ ਅਸੀਂ ਪਲੂਰਲ ਬਣਾਇਆ ਤਾਂ ਐਸ ਲੱਗਾ ਆ। ਹੁਣ ਦੇਖੋ ਅੱਗੇ ਕੀ ਆ, ਜਿਨ੍ਹਾਂ ਦੇ ਪਿੱਛੇ ਜੇ ਅਸੀਂ ਪਲੂਰਲ ਬਣਾਉਂਦੇ ਆ
ਤਾਂ ਜਾਂ ਐਸ ਲੱਗਦਾ, ਜਾਂ ਐਕਸ ਲੱਗਦਾ, ਜਾਂ ਐਸ ਐਚ ਲੱਗਦਾ, ਜਾਂ ਸੀ ਐਚ ਲੱਗਦਾ। ਬੰਚ ਬੰਚਿਸ, ਡਿਸ਼ ਡਿਸ਼ਿਸ, ਟੈਕਸ ਟੈਕਸਿਸ, ਡਰੈਸ ਡਰੈਸਿਸ, ਬਰਸ਼ ਬਰਸ਼ਿਸ, ਬੁਸ਼ ਬੁਸ਼ਿਸ, ਬਾਕਸ ਬਾਕਸਿਸ, ਕਲਾਸ ਕਲਾਸਿਸ, ਇਹਨਾਂ ਦੇ ਪਿੱਛੇ ਈ ਐਸ ਲੱਗ ਗਿਆ। ਠੀਕ ਹੈ, ਇਹ ਸਾਰੇ ਪਹਿਲੇ ਐਸ ਵਾਲੇ ਸੀ, ਉਸ ਤੋਂ ਬਾਅਦ ਈ ਐਸ ਵਾਲੇ ਆ, ਸੈਕਿੰਡ ਹੋ ਗਏ। ਹੁਣ ਜਿਨ੍ਹਾਂ ਦੇ ਪਿੱਛੇ ਵਾਈ ਆ, ਵਾਈ ਦੀ ਥਾਂ ਤੇ ਆਈ ਲੱਗ ਜਾਏਗਾ। ਸਿਟੀ ਸਿਟੀਜ਼, ਵਾਈ ਦੀ ਥਾਂ ਤੇ ਆਈ, ਬਾਕੀ ਈ ਐਸ ਹੀ ਆ। ਸਟੋਰੀ ਸਟੋਰੀਜ਼, ਫੈਮਿਲੀ ਫੈਮਲੀਜ਼, ਪੱਪੀ ਪੱਪੀਜ਼, ਬੇਬੀ ਬੇਬੀਜ਼, ਲੇਡੀ ਲੇਡੀਜ਼, ਵਾਈ ਦੀ ਥਾਂ ਤੇ ਆਈ ਲਾਉਣਾ ਹੈ। ਫਿਰ ਕਈ ਥਾਂ ਤੇ ਵਾਈ ਦੀ ਥਾਂ ਤੇ ਵਾਈ ਰਹਿੰਦਾ ਆ, ਉਹ ਆਈ ਦੇ ਵਿੱਚ ਨਹੀਂ ਕਨਵਰਟ ਹੁੰਦਾ। ਕਿਹੜੇ ਆ? ਕੁਛ ਵਰਡ ਹੈਗੇ ਉਹਨੂੰ ਵਾਵਲ ਵਰਡ, ਉਹਨਾਂ ਤੋਂ ਉਸ ਤੋਂ ਪਹਿਲਾਂ ਇੱਕ ਵਾਵਲ ਲੱਗਾ ਹੁੰਦਾ, ਵਾਵਲ ਸਾਊਂਡ ਵਾਲੇ ਵਰਡ ਲੱਗੇ ਹੁੰਦੇ। ਏ ਈ ਆਈ ਓ ਯੂ ਵਾਲੇ ਵਰਡ ਜੇਕਰ ਇਹ ਵਾਈ ਤੋਂ ਪਹਿਲਾਂ ਲੱਗੇ ਆ ਤਾਂ ਉਹ ਵਾਈ ਆਈ ਦੇ ਵਿੱਚ ਨਹੀਂ ਚੇਂਜ ਹੁੰਦੀ। ਕੀ ਆ ਤੇ ਕੀਜ਼ ਹੀ ਆ ਗਿਆ, ਕੀ ਈ ਵਾਈ ਦੀ ਥਾਂ ਤੇ ਆਈ ਨਹੀਂ ਲੱਗਾ। ਈ ਜਿਹੜਾ ਵਾਵਲ ਵਰਡ ਹੈ, ਇਸ ਕਰਕੇ ਅਸੀਂ ਇਹਨੂੰ ਆਈ 'ਚ ਕਨਵਰਟ ਨਹੀਂ ਕੀਤਾ। ਇੱਦਾਂ ਹੀ ਬੋਏ ਬੋਇਜ਼, ਪਲੇ ਪਲੇਸ, ਡੇ ਡੇਜ਼। ਅੱਗੇ ਆ ਕਈ ਵਾਰੀ ਐਂਡ ਵਿੱਚ ਐਫ ਲੱਗਾ, ਐਫ ਜਿਹੜਾ ਚੇਂਜ ਹੋ ਜਾਊਗਾ ਐਫ ਈ ਦੇ ਵਿੱਚ। ਠੀਕ ਹੈ ਨਾ, ਐਫ ਜਾਂ ਐਫ ਈ ਜਿਹੜਾ ਉਹ ਚੇਂਜ ਹੋ ਜਾਊਗਾ ਵੀ ਈ ਐਸ ਦੇ ਵਿੱਚ। ਜਿਵੇਂ ਕਾਫ, ਕੇ ਐਲ ਸੀ ਏ ਐਲ ਐਫ ਆ, ਕਾਲਸ ਹੋ ਜਾਊਗਾ, ਐਫ ਦੀ ਥਾਂ ਤੇ ਵੀ ਲੱਗ ਜਾਏਗਾ। ਥੀਫ ਆ, ਥੀਵਸ ਹੋ ਜਾਊਗਾ, ਐਫ ਦੀ ਥਾਂ ਤੇ ਵੀ ਲੱਗ ਜਾਏਗਾ। ਇਹ ਕੁਛ ਰੂਲਸ ਨੇ ਬੱਚੇ ਯਾਦ ਰੱਖਣੇ। ਰੂਫ ਦਾ ਰੂਫਸ ਹੀ ਆ। ਇੱਥੇ ਕੁਛ ਇਹ ਐਸੇ ਵੀ ਹੈਗੇ ਜਿਹੜੇ ਨਹੀਂ ਵੀ ਚੇਂਜ ਹੁੰਦੇ। ਪ੍ਰੂਫ ਆ, ਪ੍ਰੂਫਸ ਆ। ਹੋਪ ਆ, ਹੋਪਸ, ਇਹ ਵੀ ਵਾਵਲ ਵਰਡ ਇਹਨਾਂ ਤੋਂ ਅੱਗੇ ਲੱਗੇ ਹੋਏ ਆ। ਹੁਣ ਕੁਛ ਵਰਡ ਆ ਜਿੱਥੇ ਓ ਲੱਗਾ ਹੋਇਆ ਐਂਡ 'ਚ, ਤਾਂ ਉਹਦੇ ਪਿੱਛੇ ਈ ਐਸ ਲੱਗੇਗਾ। ਈਕੋਜ਼, ਹੀਰੋਜ਼, ਪੋਟੈਟੋਜ਼। ਤਾਂ ਬੱਚਿਓ ਇਹ ਕੁਛ ਹੈਗੇ ਸਿੰਗੂਲਰ ਤੋਂ ਪਲੂਰਲ ਬਣਾਉਣ ਵਾਲੇ ਵਰਡ। ਅੱਗੇ ਵੀ ਕੁਛ ਹੋਰ ਹੈਗੇ। ਕੰਪਾਊਂਡ ਨਾਊਨ, ਚੇਂਜ ਦਾ ਮੇਨ ਨਾਊਨ। ਇਹ 'ਚ ਜਿਹੜਾ ਨਾ ਮੇਨ ਨਾਊਨ ਹੀ ਚੇਂਜ ਹੁੰਦਾ। ਡਾਟਰ ਇਨ ਲਾ ਆ, ਡਾਟਰਸ ਇਨ ਲਾ। ਸਨ ਇਨ ਲਾ, ਸਨਸ ਇਨ ਲਾ। ਸਟੈਪ ਡਾਟਰ, ਸਟੈਪ ਡਾਟਰਸ। ਸਟੈਪ ਸਨ, ਸਟੈਪ ਸਨਸ। ਇਹ ਕੁਛ ਵਰਡ ਸਾਨੂੰ ਯਾਦ ਰੱਖਣੇ ਪੈਣੇ ਆ। ਹੋਰ ਵੀ ਆ ਕੁਛ ਇਰਰੈਗੂਲਰ ਪਲੂਰਲ ਜਿਨ੍ਹਾਂ ਦੇ ਵਿੱਚ ਸਾਰਾ ਵਰਡ ਹੀ ਚੇਂਜ ਹੋ ਜਾਂਦਾ। ਮੈਨ ਮੈਨ, ਫੁੱਟ ਫੀਟ, ਮਾਊਸ ਮਾਈਸ, ਔਕਸ ਔਕਸਨ, ਪਰਸਨ ਪੀਪਲ, ਵੂਮਨ ਵੂਮੈਨ ਵੂਮੈਨ, ਗੂਸ ਗੀਸ, ਚਾਈਲਡ ਚਿਲਡਰਨ, ਟੁੱਥ ਟੀਥ, ਲਾਊਸ ਲਾਈਸ। ਇਹ ਵਰਡ ਹੀ ਚੇਂਜ ਹੋ ਜਾਂਦੇ ਆ। ਮੈਨ ਸਰਵੈਂਟ, ਮੈਨ ਸਰਵੈਂਟ, ਵੂਮੈਨ ਸਰਵੈਂਟ, ਵੂਮੈਨ ਸਰਵੈਂਟ। ਸੋ ਇਸ ਤਰ੍ਹਾਂ ਅਸੀਂ ਸਿੰਗੂਲਰ ਪਲੂਰਲ ਕਾਫੀ ਸਾਰੇ ਰੂਲ ਸ਼ਾਰਟ ਦੇ ਵਿੱਚ ਤੁਹਾਨੂੰ ਦੱਸੇ ਆ। ਮੇਨ ਜਿਹੜਾ ਰੂਲ ਫੋਲੋ ਚੱਲਦਾ ਆ ਐਸ ਅਤੇ ਈ ਐਸ ਵਾਲਾ। ਬਾਕੀ ਵੀ ਹੈਗੇ, ਉਹ ਵੀ ਨਾਲ ਨਾਲ ਤੁਸੀਂ ਇੱਕ ਐਫ ਵਾਲਾ ਯਾਦ ਰੱਖਣਾ, ਇੱਕ ਵਾਈ ਵਾਲਾ ਯਾਦ ਰੱਖਣਾ। ਠੀਕ ਹੈ, ਬਾਕੀ ਤੁਹਾਨੂੰ ਹੌਲੀ ਹੌਲੀ ਜਿਉਂ ਜਿਉਂ ਅੱਗੇ ਤੁਸੀਂ ਜਾਂਦੇ ਚਾਹੋਗੇ ਸਾਰੇ ਯਾਦ ਹੋ ਜਾਣਗੇ। ਅਗਲੀ ਐਕਟੀਵਿਟੀ ਆਪਾਂ ਦੇਖਣੀ ਆ ਕ੍ਰਾਸਵਰਡ ਆ। Solve the crossword given below. You have to make plurals of the word given. For example, one down is given baby ਆ, baby ਦਾ babies ਲਿਖਿਆ ਹੋਇਆ। ਯਾਨੀ ਤੁਹਾਨੂੰ ਉਹਨਾਂ ਨੇ ਸਿੰਗੂਲਰ ਦਿੱਤੇ, ਤੁਸੀਂ ਪਲੂਰਲ ਬਣਾ ਕੇ ਲਿਖਣੇ ਆ। ਠੀਕ ਹੈ, ਆ ਬਾਕੀ ਡੱਬੇ ਖਾਲੀ। ਇੱਕ ਉਹਨਾਂ ਨੇ ਐਗਜ਼ਾਮਪਲ ਦਿੱਤੀ ਬੇਬੀ ਸੀ, ਬੇਬੀਜ਼ ਦੇ ਸਪੈਲਿੰਗ ਲਿਖਣੇ ਹੋ। ਹੁਣ ਆਪਾਂ ਕਿੱਥੋਂ ਦੇਖਣੇ ਆ? ਸਾਨੂੰ ਆ ਤੁਹਾਨੂੰ ਸੋਲਵ ਕਰਕੇ ਦਿੱਤੇ ਹੋਏ ਆ। ਦੇਖੋ ਸਾਰੇ ਆਪਾਂ ਦੇਖਣੇ ਕਿੱਥੋਂ ਸੀਗੇ। ਇੱਕ ਮਿੰਟ ਤੁਹਾਨੂੰ ਮੈਂ ਚਾਰਟ ਵੀ ਦਿਖਾਉਣਾ। ਆਹ ਸਾਡੇ ਕੋਲ ਚਾਰਟ ਹੈਗਾ। ਆ ਬੇਬੀ 1 ਨੰਬਰ 'ਤੇ, 2 ਨੰਬਰ 'ਤੇ ਜਿੱਥੇ ਲਿਖਿਆ ਹੋਊਗਾ ਉੱਥੇ ਤੁਸੀਂ ਲੀਫ ਦਾ ਲੀਵਸ ਆ ਜਾਣਾ, 3 ਦਾ ਲੋਫਸ ਦਾ ਲੋਵਸ ਆ ਜਾਣਾ। ਠੀਕ ਹੈ ਨਾ, 4 ਦਾ ਲਾਈਫ ਦਾ ਲਾਈਵਸ ਆ ਜਾਣਾ। ਇਹ ਸਾਰੀਆਂ ਚੀਜ਼ਾਂ ਆਹ ਸਿੰਗੂਲਰ ਦਿੱਤੇ ਹੋਏ ਦੇਖੋ ਤੁਸੀਂ, ਅਤੇ ਤੁਸੀਂ ਜਿਹੜੇ ਆਪਾਂ ਚੇਂਜ ਕੀਤੇ ਹੈਗੇ ਆ ਉਹ ਪਲੂਰਲ ਕਰਨੇ ਆ। ਤੁਹਾਡੇ ਵਾਸਤੇ ਸਾਰੇ ਚੇਂਜ ਕਰਕੇ ਦਿੱਤੇ ਹੋਏ ਆ। ਦੇਖੋ ਦੇਖੋ ਲੀਵਸ ਆ, ਲੋਵਸ ਆ, ਬੇਬੀ ਹੋ ਗਿਆ, ਹਾਊਸਿਸ ਆ, ਫਿਰ ਚਿਲਡਰਨ ਆ, ਫਿਰ ਪੋਟੈਟੋ ਆ, ਫਿਰ ਲਾਈਵਸ ਆ, ਫਿਰ ਵਾਈਵਸ ਆ, ਫਿਰ ਬੋਟਸ ਆ, ਫਿਰ ਸ਼ੀਪ ਹੈਗੀ ਆ, ਫਿਰ ਫੀਟ ਆ, ਫਿਰ ਮੈਨ ਆ। ਇਹ ਸਾਰਾ ਕੁਛ ਦਿੱਤਾ ਹੈ। ਤੁਸੀਂ ਇੱਦਾਂ ਕਰਕੇ ਇਹਨਾਂ ਨੂੰ ਉਸ ਬਣਾ ਕੇ ਡੱਬੇ ਕ੍ਰਾਸਵਰਡ ਲਿਖ ਲੈਣੇ। ਟੋਮੈਟੋਜ਼ ਆ, ਠੀਕ ਹੈ, ਰਿਵਰਸ ਆ, ਨਾਈਵਸ ਆ, ਵਿਸ਼ਿਜ਼ ਆ, ਟੀਥ ਆ। ਬਹੁਤ ਸਾਰੇ ਵਰਡ ਜਿਹੜੇ ਤੁਹਾਡੇ ਵੀ ਦਿੱਤੇ ਹੋਏ ਆ। ਇਹ ਸਾਰੇ ਤੁਸੀਂ ਇਹਨੂੰ ਪੌਜ਼ ਕਰਕੇ
ਸਾਰੇ ਕਾਪੀ ਤੇ ਨੋਟ ਕਰ ਲਿਓ। ਆ ਸਿੰਗੂਲਰ ਆ, ਇਦਾਂ ਦਾ ਕ੍ਰਾਸਵਰਡ ਉੱਪਰ ਤੁਹਾਡੇ ਆ ਦਿੱਤਾ ਹੋਇਆ, ਇਹ ਤੁਸੀਂ ਇਹਦੇ ਵਿੱਚ ਸਾਰੇ ਭਰਨੇ ਆ। ਠੀਕ ਹੈ, ਆ ਸਾਰੇ ਵਰਡ ਹੈਗੇ ਜਿਨ੍ਹਾਂ ਦੇ ਪਲੂਰਲ ਤੁਸੀਂ ਲਿਖਣੇ ਸੀਗੇ। ਠੀਕ ਹੈ, ਕਹਿਣ ਦਾ ਮਤਲਬ ਇਹ ਸਾਰੇ ਸਿੰਗੂਲਰ ਹੈ, ਇਹਨਾਂ ਦੇ ਪਲੂਰਲ ਤੁਸੀਂ ਉਹਨਾਂ ਡੱਬਿਆਂ ਦੇ ਵਿੱਚ ਭਰਨੇ ਆ ਤੇ ਉੱਪਰ ਨੰਬਰ ਲਿਖਿਆ ਹੋਇਆ। ਨੈਕਸਟ ਐਕਟੀਵਿਟੀ ਹੈਗੀ ਆ ਮੇਕ ਅ ਲਿਸਟ ਆਫ ਐਕਸ਼ਨ ਵਰਡਸ ਯੂਜ਼ਡ ਫॉर ਫਿਊਰੀ ਫਰੈਂਡ ਆਫ ਦਾ ਪੋਇਟ ਇਨ ਦਾ ਟੇਬਲ ਗਿਵਨ ਬਿਲੋ। ਕੁਛ ਜਿਹੜੇ ਐਕਸ਼ਨ ਵਰਡ ਹੈਗੇ ਆ, ਕਿਰਿਆ ਜਿਹਨੂੰ ਕਹਿੰਦੇ ਆ, ਉਹ ਤੁਸੀਂ ਇਹਦੇ ਵਿੱਚ ਲਿਖਣੇ ਆ। ਥੱਲੇ ਦੇਖੋ ਲਿਖਿਆ ਸੱਚ ਵਰਡਸ ਦੈਟ ਸ਼ੋ ਐਕਸ਼ਨ ਆਰ ਕਾਲਡ ਵਰਡ। ਜਿਹੜੇ ਵਰਡ ਕੋਈ ਐਕਸ਼ਨ ਜਾਂ ਕਿਰਿਆ ਦਿਖਾਉਂਦੇ ਉਹਨੂੰ ਆਪਾਂ ਵਰਬ ਕਹਿੰਦੇ ਆ। ਕੀ ਕਹਿੰਦੇ ਆ? ਵਰਬਸ ਕਹਿੰਦੇ ਆ। ਅਤੇ ਕਿਹੜੇ ਕਿਹੜੇ ਆਏ ਆ? ਬਰੌਟ ਲਿਆਇਆ, ਲੁਕਡ ਦੇਖਿਆ, ਸਲੀਪ ਸੁੱਤਾ, ਬਾਈਟ ਕੱਟਣਾ, ਨਿਬਲ ਕੁਤਰਨਾ, ਫਾਈਂਡ ਲੱਭਣਾ, ਮੇਕ ਬਣਾਉਣਾ, ਲਿਸਨ ਸੁਣਨਾ, ਕੰਮ ਆਉਣਾ, ਸਿਟ ਬੈਠਣਾ, ਲਵ ਪਿਆਰ ਕਰਨਾ, ਟੀਅਰ ਫਾੜਨਾ, ਗਰੋਲ ਗੁਰਰਾਉਣਾ, ਸੇ ਕਹਿਣਾ। ਇਹ ਸਾਰੇ ਵਰਡ ਪੋਇਮ ਦੇ ਵਿੱਚ ਆਏ ਆ ਅਤੇ ਇਹ ਸਾਰੇ ਵਰਡ ਕੀ ਆ? ਵਰਬ ਆ। ਵਰਬ ਕਿਉਂ? ਕਿਉਂਕਿ ਇਹਨਾਂ ਦੇ ਨਾਲ ਜਦੋਂ ਅਸੀਂ ਇਹਨਾਂ ਦਾ ਮੀਨਿੰਗ ਕੱਢਦੇ ਤਾਂ ਸਾਨੂੰ ਕਿਸੇ ਐਕਸ਼ਨ ਦਾ ਪਤਾ ਲੱਗਦਾ। ਹੁਣ ਲੁੱਕ ਦਾ ਮਤਲਬ ਦੇਖਣਾ, ਦੇਖਿਆ, ਤਾਂ ਦੇਖਣਾ ਇੱਕ ਐਕਸ਼ਨ ਹੈ, ਮਤਲਬ ਕੋਈ ਕਿਰਿਆ ਹੋਈ ਆ ਕਿਸੇ ਵੱਲੋਂ। ਠੀਕ ਹੈ, ਸੁਣਨਾ ਵੀ ਇੱਕ ਕਿਰਿਆ ਹੈਗੀ, ਆਉਣਾ ਵੀ ਇੱਕ ਕਿਰਿਆ ਹੈਗੀ, ਕੋਈ ਆਇਆ, ਸਮਝ ਗਏ? ਤਾਂ ਇਹ ਸਾਰੇ ਵਰਡ ਜਿਹੜੇ ਹੈਗੇ ਇਹਨੂੰ ਅਸੀਂ ਕਹਿੰਦੇ ਆ ਵਰਬਸ। ਸੋ ਬੱਚਿਓ, ਇਹ ਸੀ ਸਾਡੀ ਪੋਇਮ 6th ਕਲਾਸ ਦੀ ਦ ਫਿਊਰੀ ਫਰੈਂਡ, ਮੇਰਾ ਲੂਈਦਾਰ ਦੋਸਤ, ਜੋ ਵੰਦਨਾ ਲੂਨੀਵਾਲ ਜਿਹੜੀ ਪੋਇਟ ਹੈਗੀ ਆ, ਔਰਤ ਪੋਇਟ ਆ, ਉਹਨੇ ਲਿਖੀ ਆ। ਉਹਨੇ ਦੱਸਿਆ ਵੀ ਕਿਵੇਂ ਇੱਕ ਪੱਪੀ ਜਿਹੜਾ ਸੀਗਾ ਮੇਰੇ ਘਰ 'ਚ ਹੈਗਾ, ਅਤੇ ਉਹਦੇ ਬਾਰੇ ਉਹਨੇ ਸਾਰੀ ਡਿਟੇਲ ਦੱਸੀ ਆ। ਫਿਰ ਆਪਾਂ ਕੁਐਸਚਨ ਆਨਸਰ ਕੀਤੇ ਆ, ਫਿਰ ਐਕਸ਼ਨ ਵਰਡ ਵਿੱਚੋਂ ਦੇਖੇ ਜਿਹਨੂੰ ਵਰਬ ਕਹਿੰਦੇ ਆ, ਫਿਰ ਅਸੀਂ ਸਿੰਗੂਲਰ ਅਤੇ ਪਲੂਰਲ ਵਿੱਚ ਦੇਖੇ ਆ, ਸਿੰਗੂਲਰ ਤੋਂ ਪਲੂਰਲ ਕਿਵੇਂ ਬਣਦਾ ਉਹ ਵੀ ਤੁਹਾਨੂੰ ਦੱਸਿਆ। ਤਾਂ ਸਾਰੀਆਂ ਚੀਜ਼ਾਂ ਧਿਆਨ ਨਾਲ ਤੁਸੀਂ ਨੋਟ ਕਰਨੀਆਂ, ਕਾਪੀ 'ਤੇ ਵੀ ਕਰਨੀਆਂ ਅਤੇ ਸਮਝਣੀਆਂ ਵੀ। ਥੈਂਕਸ।